ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ। ਡਾਕਟਰ ਸਾਹਿਬ ਅੱਜ 12 ਜੂਨ 2014 30 ਜੇਠ ਨਾਨਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਕੀ ਹੈ ਅੱਜ ਦਾ ਅਹਿਮ ਮੁੱਦਾ? ਅੱਜ ਦੀ ਅਹਿਮ ਡਿਸਕਸ਼ਨ ਲਈ ਮੈਂ ਦੋ ਸਬਜੈਕਟ ਚੁਣੇ ਨੇ। ਇੱਕ ਦਾ ਸੰਬੰਧ ਭਾਰਤ ਦੇ ਨਾਲ ਹੈ ਤੇ ਇੱਕ ਇੰਟਰਨੈਸ਼ਨਲ ਡਿਵੈਲਪਮੈਂਟ ਹੈ ਜੀ। ਸਭ ਤੋਂ ਪਹਿਲਾਂ ਅਸੀਂ ਭਾਰਤ ਦੇ ਕੰਟੈਕਸਟ ਦੇਖਦੇ ਹਾਂ। ਅਸੀਂ ਨਰਿੰਦਰ ਮੋਦੀ ਜਿਸ ਨੂੰ ਇੱਕ ਮੋਦੀ ਵੇਵ ਖੜੀ ਕਰਕੇ ਕਾਰਪੋਰੇਟ ਇੰਡੀਆ ਨੇ, ਮੀਡੀਆ ਨੇ, ਉਹਨਾਂ ਦੇ ਸਨਅਤੀ ਘਰਾਣਿਆਂ ਨੇ ਔਰ RSS ਨੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਬਿਠਾ ਦਿੱਤਾ। ਅਸੀਂ ਸ਼ੁਰੂ 'ਚ ਇਹ ਕਿਹਾ ਸੀ ਕਿ ਮੋਦੀ ਹਿਟਲਰ ਇਨ ਦਾ ਮੇਕਿੰਗ ਹੈ ਜੀ ਔਰ ਆਉਣ ਵਾਲੇ ਸਮੇਂ 'ਚ ਜਿਸ ਕਿਸਮ ਦੀਆਂ ਗੱਲਾਂ ਸਾਹਮਣੇ ਆਉਣਗੀਆਂ, ਲੋਕ 1930ਵਿਆਂ 'ਚ ਨਾਜ਼ੀਆਂ ਦੇ ਜ਼ੁਲਮਾਂ ਜਾਂ ਇਟਲੀ ਦੇ ਵਿੱਚ ਫਾਸ਼ੀਵਾਦੀ ਫਾਸ਼ਿਸਟ ਮੁਸੋਲਿਨੀ ਦੇ ਜ਼ੁਲਮਾਂ ਨੂੰ ਭੁੱਲ ਜਾਣਗੇ। ਔਰ ਪਿਛਲੇ 2 ਹਫ਼ਤੇ 'ਚ ਜੋ ਕੁਝ ਸਾਹਮਣੇ ਆਇਆ ਹੈ ਉਹ ਅਸੀਂ ਆਲਰੇਡੀ ਡਿਸਕਸ ਕੀਤਾ ਹੈ। ਅੱਜ ਜਿਹੜੀ ਖਬਰ ਜਿਸ ਨੇ ਮੇਰਾ ਧਿਆਨ ਖਿੱਚਿਆ ਹੈ ਉਹ ਉਸ ਦਾ ਸੰਬੰਧ ਉਸ ਸਟੇਟ ਨਾਲ ਹੈ ਜਿੱਥੇ BJP ਦੀ ਹਕੂਮਤ ਨਹੀਂ ਹੈ ਜੀ। ਕੇਰਲਾ ਸਟੇਟ ਦੇ ਵਿੱਚ ਕਾਂਗਰਸ ਜਾਂ ਲੈਫਟਿਸਟ ਇਹੀ ਹਮੇਸ਼ਾ ਪਾਵਰ 'ਚ ਰਹੇ ਨੇ ਔਰ BJP ਦਾ ਬਹੁਤ ਥੋੜ੍ਹਾ ਜਿਹੀ ਬੈਲਟ ਦੇ ਵਿੱਚ ਆਧਾਰ ਹੈ। ਕੇਰਲਾ ਦੇ ਵਿੱਚ ਕਦੇ ਵੀ ਉਹਨਾਂ ਨੂੰ ਸਕਸੈਸ ਨਹੀਂ ਮਿਲੀ। ਪਰ ਕਿਵੇਂ ਜਦੋਂ ਰਾਜਾ ਬਦਲਦਾ ਹੈ, ਬਾਦਸ਼ਾਹ ਯਥਾ ਰਾਜਾ ਤਥਾ ਪ੍ਰਜਾ ਇੱਕ ਇਹਨਾਂ ਦੇ ਸੰਸਕ੍ਰਿਤ ਦਾ ਹੀ ਸਲੋਕ ਹੈ ਜੀ, ਤੇ ਕਿਵੇਂ ਫਿਰ ਐਟੀਚਿਊਡ ਬਦਲਦੇ ਨੇ। ਕੱਲ ਅਸੀਂ ਦੱਸਿਆ ਸੀ ਕਿ ਕਿਵੇਂ ਮੁਲਾਇਮ ਸਿੰਘ ਯਾਦਵ ਜਿਹੜਾ ਹਮੇਸ਼ਾ ਘੱਟ ਗਿਣਤੀਆਂ ਦੇ ਲਈ ਐਟਲੀਸਟ ਫੇਅਰ ਉਸ ਦੀ ਅਪਰੋਚ ਹੁੰਦੀ ਸੀ, ਉਹ ਵੀ ਮੋਦੀ ਨੂੰ ਪਾਰਲੀਮੈਂਟ 'ਚ ਕਹਿ ਰਿਹਾ ਕਿ ਜੀ ਹੁਣ ਤੁਸੀਂ ਪਾਕਿਸਤਾਨ ਔਰ ਚੀਨ ਤੋਂ ਜਿਹੜਾ ਖੋਇਆ ਇਲਾਕਾ ਵਾਪਸ ਲਓ, ਕਸ਼ਮੀਰ ਵਾਪਸ ਲਿਆਓ। ਸੋ ਕੇਰਲਾ ਦੇ ਵਿੱਚ ਇਸ ਡਿਵੈਲਪਮੈਂਟ ਦਾ ਹੋਣਾ, ਜੇ ਇਹ ਗੱਲ ਮੱਧ ਪ੍ਰਦੇਸ਼ 'ਚ ਹੁੰਦੀ ਜਾਂ ਰਾਜਸਥਾਨ 'ਚ ਹੁੰਦੀ ਜਿੱਥੇ ਕਿ ਜਾਂ ਗੁਜਰਾਤ 'ਚ ਹੁੰਦੀ ਜਿੱਥੇ BJP ਦੀਆਂ ਹਕੂਮਤਾਂ ਨੇ ਤਾਂ ਸਮਝ ਆ ਸਕਦੀ ਸੀ ਜੀ। ਹੁਣ ਖਬਰ ਇਹ ਹੈ ਕਿ ਕੇਰਲਾ ਦੇ ਇੱਕ ਪੋਲੀਟੈਕਨਿਕ ਕਾਲਜ ਦੇ ਵਿੱਚ ਜਿਹੜਾ ਗਵਰਨਮੈਂਟ ਪੋਲੀਟੈਕਨਿਕ ਕਾਲਜ ਹੈ, ਕੁਝ ਸਮਾਂ ਪਹਿਲਾਂ ਇੱਕ ਮੈਗਜ਼ੀਨ ਜਿਹੜੀ ਕਿ ਛਪੀ ਪਹਿਲਾਂ ਡਿਸਟਰੀਬਿਊਟ ਹੋਣ ਹੋਈ, ਉਹਨਾਂ ਦੀ ਜਿਹੜੀ ਵੀ ਕਾਲਜ ਦੀ ਸਾਲਾਨਾ ਮੈਗਜ਼ੀਨ ਹੈ ਉਹਦੇ 'ਚ ਉਹਨਾਂ ਨੇ ਜਿਹੜਾ ਇੱਕ ਫੀਚਰ ਰੱਖਿਆ ਸੀ ਮੋਸਟ ਹੇਟਡ ਫੇਸਿਸ ਜੀ। ਉਹ ਚਿਹਰੇ ਜਿਨ੍ਹਾਂ ਨੂੰ ਕਿ ਨਫ਼ਰਤ ਕੀਤੀ ਜਾਂਦੀ। ਔਰ ਇਹ ਜਦੋਂ ਇਹ ਮੈਗਜ਼ੀਨ ਦੇ ਵਿੱਚ ਇਹ ਕਾਲਮ ਗਿਆ ਹੈ ਉਹ ਪੀਰੀਅਡ ਸੀ ਕਿ ਜਦੋਂ ਮੋਦੀ ਨੂੰ ਡਿਵਾਈਸਿਵ ਕਿਹਾ ਜਾ ਰਿਹਾ ਸੀ ਕਿ ਮੋਦੀ ਵੰਡਣ ਵਾਲਾ ਹੈ ਔਰ ਗੁਜਰਾਤ ਦੇ ਮੁਸਲਮਾਨਾਂ ਦੇ ਕਤਲੇਆਮ ਲਈ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਸੀ। ਸੋ ਉਸ ਪੀਰੀਅਡ ਦੇ ਵਿੱਚ ਉਹਨਾਂ ਨੇ ਜਿਨ੍ਹਾਂ ਦੇ ਨਾਂ ਦਿੱਤੇ ਕਿ ਵੀ ਇਹਨਾਂ ਨੂੰ ਜਿਹੜਾ ਇਸ ਬਾਰੇ ਨੈਗੇਟਿਵ ਫੇਸਿਸ ਦੇ ਥੱਲੇ ਉਹਨਾਂ ਦੇ ਵਿੱਚ ਐਡੋਲਫ ਹਿਟਲਰ ਦਾ ਸੀ, ਉਸ ਦੇ ਵਿੱਚ ਈਵਨ ਪ੍ਰੈਜ਼ੀਡੈਂਟ ਬੁਸ਼ ਦਾ ਸੀ, ਉਹਦੇ 'ਚ ਈਵਨ ਓਸਾਮਾ ਦਾ ਸੀ। ਪਰ ਇਹ ਸਾਰੇ ਨਾਵਾਂ ਦੇ ਨਾਲ ਮੋਦੀ ਦਾ ਨਾਮ ਵੀ ਸੀ। ਸੋ ਇਹ ਜਦੋਂ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ ਤੇ ਇਹ ਇੱਕ ਕਾਮਨ ਗੱਲ ਹੈ। ਮੋਸਟ ਲਵਡ ਫੇਸਿਸ, ਮੋਸਟ ਹੇਟਡ ਫੇਸਿਸ। ਫੈਸ਼ਨ ਦੀ ਦੁਨੀਆ 'ਚ ਇੱਥੇ ਫੈਸ਼ਨ ਦੇ ਮੈਗਜ਼ੀਨ ਹੁੰਦੇ ਨੇ ਕਿ ਮੋਸਟ ਲਾਈਕਡ ਫੈਸ਼ਨ, ਮੋਸਟ ਔਡ ਫੈਸ਼ਨ, ਉਹਨਾਂ ਦੇ ਅਵਾਰਡ ਵੀ ਦਿੱਤੇ ਜਾਂਦੇ ਨੇ ਇੰਡੀਵਿਜੂਅਲਸ ਨੂੰ। ਹੁਣ ਇਹ ਜਦੋਂ ਮੈਗਜ਼ੀਨ ਸਾਹਮਣੇ ਆਈ ਇਹਦੀ ਸਰਕੂਲੇਸ਼ਨ, ਉਸ ਤੋਂ ਬਾਅਦ ਇੱਕ ਆਰਗੇਨਾਈਜੇਸ਼ਨ ਕੋਈ ਯੁਵਾ ਮੋਰਚਾ ਹੈ ਕੇਰਲਾ ਦੇ ਵਿੱਚ, ਉਹਨਾਂ ਨੇ ਸ਼ਿਕਾਇਤ ਕੀਤੀ ਕਿ ਜੀ ਦੇਖੋ ਇਹ ਤਾਂ ਮੋਦੀ ਨੂੰ ਬਦਨਾਮ ਕੀਤਾ ਹੈ, ਉਹਨੂੰ ਹੇਟਡ ਫੇਸ ਕਹਿ ਕੇ। ਹੁਣ ਨਤੀਜੇ ਦੇ ਤੌਰ ਤੇ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਕੇਰਲਾ ਦੀ ਪੁਲਿਸ ਨੇ, ਜਿੱਥੇ BJP ਦਾ ਕੋਈ ਬੇਸ ਨਹੀਂ ਹੈ, 6 ਸਟੂਡੈਂਟਸ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕਾਲਜ ਦੇ ਇਵਨ ਪ੍ਰਿੰਸੀਪਲ ਦੇ ਵੀ ਵਾਰੰਟ ਗ੍ਰਿਫਤਾਰੀ ਕੱਢੇ ਨੇ ਔਰ 5 ਸਟੂਡੈਂਟਸ ਨੂੰ ਜਿਹੜਾ ਹੈ ਉਹ ਉਹਨਾਂ ਨੇ ਸਸਪੈਂਡ ਕੀਤਾ ਕਾਲਜ 'ਚ ਜੀ। ਔਰ ਜਿਹੜੀਆਂ ਪੁਲਿਸ ਨੇ ਰੇਡ ਕੀਤਾ ਕਾਲਜ, 392 ਕਾਪੀਆਂ ਜਿਹੜੀਆਂ ਸੀ ਮੈਗਜ਼ੀਨ ਦੀਆਂ ਉਹ ਉਹਨਾਂ ਨੇ ਜ਼ਬਤ ਕਰ ਲਈਆਂ ਔਰ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਜਿਹੜਾ ਹੈ ਇਹ ਪ੍ਰਾਈਮ ਮਿਨਿਸਟਰ ਨੂੰ ਬਦਨਾਮ ਕਰਨਾ, ਇਹਦੇ ਉਹਨਾਂ ਤੇ ਜਿਹੜੇ ਸੈਕਸ਼ਨ ਲਾਏ ਨੇ ਪ੍ਰੋਵੋਕੇਸ਼ਨ, ਜਿਹੜੇ ਆਫੈਂਸ ਨੇ, ਵੈਂਟਨਲੀ ਗਿਵਿੰਗ ਪ੍ਰੋਵੋਕੇਸ਼ਨ, ਪਨਿਸ਼ਮੈਂਟ ਫॉर ਡਿਫੇਮੇਸ਼ਨ ਐਂਡ ਪ੍ਰਿੰਟਿੰਗ ਮੈਟਰ ਨੋਨ ਟੂ ਬੀ ਡਿਫੇਮੇਟਰੀ। ਹੁਣ ਇਹ 3 ਚਾਰਜ ਜਿਨ੍ਹਾਂ ਦੇ ਥੱਲੇ ਬੇਸ਼ੱਕ ਜ਼ਮਾਨਤ ਹੋ ਜਾਂਦੀ ਹੈ ਲੇਕਿਨ ਇਹਨਾਂ ਦੇ ਥੱਲੇ ਕਈ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ ਕਿ ਵੀ ਇਹ ਜਾਣਬੁੱਝ ਕੇ ਹਾਂਜੀ ਕਿ ਕੰਸੀਲਿੰਗ ਡਿਜ਼ਾਈਨ ਟੂ ਕਮਿਟ ਅਫੈਂਸ, ਕਿ ਜੀ ਉਹਨਾਂ ਨੇ ਅਫੈਂਸ ਕਰਨਾ ਸੀ ਪਰ ਡਿਜ਼ਾਈਨ ਜਿਹੜਾ ਉਹਨਾਂ ਨੇ
ਉਹ ਆਪਣਾ ਇਰਾਦਾ ਲੁਕੋ ਕੇ ਰੱਖਿਆ ਜੀ ਵੈਂਟਨਲੀ ਗਿਵਿੰਗ ਪ੍ਰੋਵੋਕੇਸ਼ਨ ਜਾਣ ਬੁੱਝ ਕੇ ਭੜਕਾਟ ਪੈਦਾ ਕੀਤੀ ਐਂਡ ਡਿਫੇਮੇਸ਼ਨ ਐਂਡ ਪ੍ਰਿੰਟਿੰਗ ਮੈਟਰ ਨੋਨ ਟੂ ਬੀ ਡਿਫੇਮੇਟਰੀ ਕਿ ਵੀ ਜਿਹੜੀ ਡੀਫੇਮ ਕਰਨਾ ਹੁੰਦਾ ਕਿਸੇ ਨੂੰ ਬਦਨਾਮ ਕਰਨਾ ਕਿ ਜਾਣ ਬੁੱਝ ਕੇ ਉਹ ਚੀਜ਼ ਪ੍ਰਿੰਟ ਕੀਤੀ ਜਿਹੜੀ ਕਿ ਕਿਸੇ ਨੂੰ ਬਦਨਾਮ ਕਰਨ ਲਈ ਜੀ ਹੁਣ ਤੁਸੀਂ ਅੰਦਾਜ਼ਾ ਲਾਓ ਅਮਰੀਕਾ ਦੇ ਵਿੱਚ ਔਰ ਅੱਜ ਹੀ ਮੈਂ ਜਦੋਂ ਵਰਲਡ ਹਿਸਟਰੀ ਦੇ ਰਿਸਰਚ ਕਰ ਰਿਹਾ ਸੀ ਤੇ ਇੱਕ ਆਇਆ ਕਿ ਵੀ ਇੱਕ ਲਾਅ ਬਣਿਆ ਸੀ ਯੂਐਸ ਕਾਂਗਰਸ ਨੇ ਬਣਾਇਆ ਸੀ ਕਿ ਵੀ ਜਿਹੜੇ ਇੰਟਰਨੈਟ ਦੇ ਉੱਤੇ ਪੋਰਨੋਗ੍ਰਾਫਿਕ ਸਾਈਟ ਨੇ ਜਾਂ ਜਿਹਦੇ ਥੱਲੇ ਕੋਈ ਆਬਸੀਨ ਪਾਰਟ ਆਂਦਾ ਹੈ ਉਹਨੂੰ ਐਡਿਟ ਕਰ ਦਿੱਤਾ ਜਾਏ ਜਾਂ ਉਸ ਦੇ ਉੱਤੇ ਪਾਬੰਦੀ ਲਾਏ ਜਾਏ ਜੀ ਔਰ ਉਹ ਪਾਸ ਕਰ ਦਿੱਤਾ ਯੂਐਸ ਫੈਡਰਲ ਕੋਰਟ ਨੇ ਉਹਨੂੰ ਸਟ੍ਰਾਈਕ ਡਾਊਨ ਕਰਤਾ ਪ੍ਰੋਵੀਜ਼ਨ ਨੂੰ ਉਹਨਾਂ ਨੇ ਕਿਹਾ ਵੀ ਨਹੀਂ ਇਹ ਅਮਰੀਕਾ ਦੀ ਜਿਹੜੀ ਫਸਟ ਅਮੈਂਡਮੈਂਟ ਹੈ ਉਹਦੇ ਨਾਲ ਜਿਹੜਾ ਇਹ ਸਮਝੌਤਾ ਹੋਏਗਾ ਕਿਉਂਕਿ ਫਸਟ ਅਮੈਂਡਮੈਂਟ ਤੁਹਾਨੂੰ ਹੱਕ ਦਿੰਦਾ ਹੈ ਫਰੀडम ਆਫ ਐਕਸਪ੍ਰੈਸ਼ਨ ਦਾ ਜੀ ਹੁਣ ਇੱਕ ਪਾਸੇ ਤਾਂ ਇਹ ਡੈਮੋਕ੍ਰੇਸੀ ਦਾ ਮਾਡਲ ਹੈ ਤੇ ਦੂਜੇ ਪਾਸੇ ਜਿਨ੍ਹਾਂ ਨੇ ਝੰਡਾ ਚੁੱਕਿਆ ਜੀ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਉੱਥੇ ਹਾਲਾਤ ਇਹ ਬਣਾ ਦਿੱਤੇ ਗਏ ਨੇ ਕਿ ਕੋਈ ਇਨੋਸੈਂਟ ਸਕੂਲ ਸਟੂਡੈਂਟ ਜਾਂ ਕਾਲਜ ਸਟੂਡੈਂਟ ਉਹ ਮੋਦੀ ਦੇ ਖਿਲਾਫ ਕੋਈ ਚੀਜ਼ ਲਿਖ ਨਹੀਂ ਸਕਦਾ ਕੋਈ ਇਮੇਜ ਜਿਸ ਤੋਂ ਪਹਿਲਾਂ ਮਹਾਰਾਸ਼ਟਰ ਦਾ ਆਇਆ ਸੀ ਕਿ ਕਿਵੇਂ ਜਿਹੜੇ ਨੇ ਸਟੂਡੈਂਟਸ ਨੂੰ ਬੁੱਕ ਕੀਤਾ ਹੈ ਔਰ ਮਹਾਰਾਸ਼ਟਰ ਪੁਲਿਸ ਨੇ ਕਿਹਾ ਜੀ ਜੇ ਕੋਈ ਐਸੀ ਐਂਟੀ ਆਂਦੀ ਆ ਉਹਨੂੰ ਜਿਹੜਾ ਲਾਈਕਸ ਦੇ ਉੱਤੇ ਵੀ ਜਿਹੜਾ ਠੀਕਾ ਮਾਰਦਾ ਹੈ ਜਾਂ ਕਰਦਾ ਹੈ ਉਹਦੇ ਤੇ ਵੀ ਕੇਸ ਰਜਿਸਟਰ ਹੋਏਗਾ ਔਰ ਜੇ ਹੁਣ ਇਹ ਕੇਰਲਾ 'ਚ ਵਾਪਰ ਸਕਦਾ ਹੈ ਤੇ ਇਸ ਤੋਂ ਇਹ ਅੰਦਾਜ਼ਾ ਲਾ ਲੈਣਾ ਜਿਹੜਾ ਉਹ ਜ਼ਰੂਰੀ ਹੈ ਕਿ ਮੋਦੀ ਦੇ ਆਣ ਨੇ ਕੀ ਇਫੈਕਟ ਕੀਤਾ ਜੀ ਘੱਟ ਗਿਣਤੀਆਂ ਤਾਂ ਡਰੀਆਂ ਹੀ ਡਰੀਆਂ ਨੇ ਮੁਸਲਮਾਨ ਤਾਂ ਇੱਕ BBC ਦੀ ਅੱਜ ਸਟੋਰੀ ਸੀ ਹਾਲਾਂਕਿ ਇਹ ਵੀ ਜਦੋਂ ਬੰਦਾ ਗੱਲ ਕਹਿੰਦਾ ਹੈ ਇਹ ਡਰ ਹੀ ਸ਼ੋਅ ਕਰ ਰਿਹਾ ਹੁੰਦਾ ਹੈ ਉਹ ਮੁਜ਼ੱਫਰਪੁਰ ਦੇ ਮੁਸਲਮਾਨਾਂ ਨੂੰ ਇੰਟਰਵਿਊ ਕੀਤਾ ਸੀ ਤਾਂ ਉਹ ਉਹਨਾਂ 'ਚੋਂ ਇੱਕ ਬੜਾ ਬਜ਼ੁਰਗ ਆ ਉਹ ਕਹਿ ਰਿਹਾ ਮੋਦੀ ਹਮੇ ਖਾ ਤੋਂ ਨਹੀਂ ਜਾਏਗਾ ਸੋ ਹੁਣ ਜਦੋਂ ਤੁਸੀਂ ਇਹ ਵੀ ਗੱਲ ਕਹਿ ਰਹੇ ਹੁੰਦੇ ਇਹ ਵੀ ਤੁਹਾਡਾ ਡਰ ਸ਼ੋਅ ਕਰ ਰਿਹਾ ਹੁੰਦਾ ਕਿ ਵੀ ਇੰਨਾ ਕੁ ਡਰ ਹੈ ਉਹਨਾਂ ਨੂੰ ਬੰਦਾ ਕਹਿੰਦਾ ਹੁਣ ਮੈਨੂੰ ਖਾ ਜਾਏਗਾ ਕੀ ਕਰ ਲਏਗਾ ਸੋ ਇੱਕ ਪਾਸੇ ਤਾਂ ਇਹ ਹੈ ਘੱਟ ਗਿਣਤੀਆਂ ਦੇ ਵਿੱਚ ਪਰ ਈਵਨ ਜਿਹੜੀ ਮੈਜੋਰਿਟੀ ਕਮਿਊਨਿਟੀ ਵੀ ਹੈ ਜਿਹੜੇ ਫੜੇ ਗਏ ਜਾਂ ਦੂਜੇ ਕੋਈ ਮੁਸਲਮਾਨ ਨਹੀਂ ਹੈਗੇ ਕੋਈ ਸਿੱਖ ਨਹੀਂ ਹੈਗੇ ਜੀ ਸਟੂਡੈਂਟ ਨੇ ਸਟੂਡੈਂਟਸ ਦੇ ਵਿੱਚ ਕ੍ਰੀਏਟਿਵਨੈਸ ਹੈ ਹਿਟਲਰ ਹੇਟਡ ਫੇਸ ਹੈ ਉਸਾਮਾ ਜਿਹੜਾ ਇਹਦੇ ਉਸਾਮਾ ਨੂੰ ਬੇਸ਼ੱਕ ਇੱਕ ਵਰਲਡ ਨੂੰ ਪਿਆਰ ਕਰਦਾ ਇੱਕ ਸੰਸਾਰ ਨੂੰ ਹੇਟ ਕਰਦਾ ਜੀ ਮੋਦੀ ਜਿਹੜਾ ਹੈ ਕੋਈ ਮੋਦੀ ਡਾਰਲਿੰਗ ਤਾਂ ਨਹੀਂ ਹੈ ਹਿੰਦੁਸਤਾਨੀਆਂ ਦਾ ਜਾਂ ਦੂਸਰਿਆਂ ਦਾ ਘੱਟ ਗਿਣਤੀਆਂ ਲਈ ਮੁਸਲਮਾਨਾਂ ਲਈ ਜਿਨ੍ਹਾਂ ਦੇ ਤੁਸੀਂ ਹਜ਼ਾਰਾਂ ਭੈਣ ਭਰਾ ਮਾਰੇ ਨੇ ਉਹਨਾਂ ਦਾ ਉਹ ਡਾਰਲਿੰਗ ਹੈ ਉਹਨੂੰ ਪਿਆਰ ਕਰਦੇ ਨੇ ਜੀ ਜੀ ਸੋ ਲੇਕਿਨ ਇੱਕ ਕਾਲਜ ਸਟੂਡੈਂਟਸ ਵੀ ਆਪਣੀ ਫਰੀडम ਆਫ ਐਕਸਪ੍ਰੈਸ਼ਨ ਦਾ ਇਜ਼ਹਾਰ ਨਹੀਂ ਕਰ ਸਕਦੇ ਔਰ ਅੱਜ ਉਹ ਹਾਲਾਤ ਅਜੇ ਮਹੀਨਾ ਨਹੀਂ ਹੋਇਆ ਸਰਕਾਰ ਬਣੇ ਨੂੰ ਤੇ ਆਉਣ ਵਾਲੇ ਪੀਰੀਅਡ 'ਚ ਕਿਉਂ ਜਿਹਾ ਵਰਤਾਰਾ ਹੋਏਗਾ RSS ਵਾਲੇ ਆਲਰੇਡੀ ਕਿੰਨੀ ਉਹਨਾਂ ਨੇ ਦਹਿਸ਼ਤ ਫੈਲਾਈ ਹੈ ਕਿਵੇਂ ਪੂਨੇ ਦੇ ਵਿੱਚ ਇੱਕ ਸੌਫਟਟੈਕ ਮੁਸਲਮਾਨ ਇੰਜੀਨੀਅਰ ਨੂੰ ਕੁੱਟ-ਕੁੱਟ ਕੇ ਉਹਨਾਂ ਨੇ ਮਾਰ ਮੁਕਾਇਆ ਹੈ ਬਾਕੀ ਥਾਵਾਂ ਤੇ ਕਿਉਂ ਜਿਹਾ ਮਾਹੌਲ ਬਣਾਇਆ ਹੋਇਆ ਸੋ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਤਾਂ ਇਹ ਅਮਰੀਕਨ ਐਡਮਿਨਿਸਟ੍ਰੇਸ਼ਨ ਹੈ ਜਿਨ੍ਹਾਂ ਦੀਆਂ ਬਾਹਾਂ ਆਕੜੀਆਂ ਹੋਈਆਂ ਕਿ ਜੀ ਮੋਦੀ ਨੇ ਸਤੰਬਰ ਐਂਡ 'ਚ ਆਉਣਾ ਹੈ ਕੀ ਏਜੰਡਾ ਹੋਏ ਕੀ ਹੋਏ ਵੈਲਕਮ ਕਰਨ ਲੱਗੇ ਵੀ ਜਿਹੜਾ ਉਹਨੂੰ ਇਨਵਾਈਟ ਕਰਨ ਲੱਗੇ ਵੀ ਅੱਧਾ ਸੈਕਿੰਡ ਨਹੀਂ ਲਾਇਆ ਪਰ ਦੂਸਰੇ ਪਾਸੇ ਕਿਉਂ ਜੀ ਡੈਮੋਕ੍ਰੇਸੀ ਨੂੰ ਉਹ ਰਿਪਰੈਜ਼ੈਂਟ ਕਰ ਰਿਹਾ ਜਾਂ ਕਿਸ ਕਿਸਮ ਦਾ ਮਾਹੌਲ ਉਸ ਮੁਲਕ ਦੇ ਵਿੱਚ ਹੈ ਇਹ ਆਉਣ ਵਾਲੇ ਦਿਨਾਂ ਜਿਵੇਂ ਹਿਟਲਰ ਬਾਰੇ ਅੱਜ ਤੱਕ ਜਿਹੜੇ ਨੇ ਉਹ ਪਛਤਾਉਂਦੇ ਨੇ ਕਿ ਜੀ ਹਿਟਲਰ ਵੀ ਤਾਂ ਚੁਣ ਕੇ ਆਇਆ ਸੀ ਜੀ ਔਰ ਜਰਮਨ ਦਾ ਨਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ ਉਹਨੂੰ ਲੋਕਾਂ ਦੀ ਹਮਾਇਤ ਸੀ ਔਰ ਇਹਦੇ ਬਾਵਜੂਦ ਜੋ ਕੁਛ ਉਹਨੇ ਕੀਤਾ ਫਿਰ ਅੱਜ ਇਹ ਕਹਿੰਦੇ ਨੈਵਰ ਅਗੇਨ ਜੋ ਹੋਣ ਲੱਗਾ ਉੱਥੇ ਦੁਬਾਰਾ ਕਿਸ ਕਿਸਮ ਦਾ ਮਾਹੌਲ ਉਹਨਾਂ ਨੇ ਸਿਰਜਿਆ ਦੂਸਰੀ ਗੱਲ ਇੰਟਰਨੈਸ਼ਨਲ ਪੋਲਿਟਿਕਸ ਨਾਲ ਸੰਬੰਧਿਤ ਹੈ ਬਹੁਤ ਵਾਰੀ ਜਿਹੜੀਆਂ ਫੋਰਨ ਪਾਲਿਸੀਜ਼ ਮੁਲਕ ਬਣਾਉਂਦੇ ਨੇ ਉਹ ਆਪਣੇ ਹਿੱਤਾਂ ਨੂੰ ਸਾਹਮਣੇ ਰੱਖ ਕੇ ਕਈ ਵਾਰ ਬਦਲੇ ਦੇ ਵਿੱਚ ਕਈ ਵਾਰ ਕੋਈ ਬਹਾਨਾ ਕੱਢ ਕੇ 2002 ਦੇ ਵਿੱਚ ਜਦੋਂ ਅਜੇ 9/11 ਹੋ ਕੇ ਹਟਿਆ ਹੀ ਸੀ ਅਫਗਾਨਿਸਤਾਨ 'ਚ 40 ਦੇਸ਼ਾਂ ਦੀ ਫੌਜ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਥੱਲੇ ਗਈ ਹੋਈ ਸੀ ਜੀ ਉਸ ਵੇਲੇ ਦੇ ਜੂਨੀਅਰ ਬੁਸ਼ ਨੇ ਆਪਣੇ ਪਿਓ ਦੇ ਵੇਲੇ ਦੀ ਕਿੜ ਕੱਢਦੇ ਆ ਜਾਂ ਇਉਂ ਕਹੋ ਕਿ ਇਰਾਕ ਦੇ ਆਇਲ ਵੱਲ ਨਿਗਾਹ ਮਾਰਦੇ ਆ 2002 ਦੇ ਵਿੱਚ ਇਰਾਕ ਤੇ ਧਾਵਾ ਬੋਲਿਆ ਸੀ ਅਮਰੀਕਨ ਫੌਜ ਨੇ ਬਹਾਨਾ ਇਹ ਬਣਾਇਆ ਗਿਆ ਸੀ ਔਰ ਉਸ ਵੇਲੇ ਸੈਕਟਰੀ ਆਫ ਸਟੇਟ ਜਨਰਲ ਪਾਵੈਲ ਸੀ ਇਹਨਾਂ ਨੇ ਪੂਰਾ ਕੇਸ ਬਿਲਡ ਕੀਤਾ ਕਿ ਜੀ ਉਹਦੇ ਕੋਲ ਸਦਾਮ ਹੁਸੈਨ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਜੀ ਔਰ ਉਹਦੇ ਥੱਲੇ ਹੱਲਾ ਬੋਲ ਦਿੱਤਾ
ਫੌਜ ਰਹੀ ਉੱਥੇ। ਹੁਣ ਨਾ ਤਾਂ ਵੈਪਨ ਸੀ, ਜੇ ਵੈਪਨ ਹੁੰਦੇ ਉਹਨਾਂ ਕੋਲ ਮਾਸ ਡਿਸਟਰਕਸ਼ਨ ਦੇ, ਤਾਂ ਇਹ ਹਿੰਮਤ ਕਰਦੇ ਉੱਥੇ ਫੌਜ ਭੇਜਣ ਦੀ। ਜ਼ਾਹਰ ਹੈ ਇਹ ਗੱਲ ਹੀ ਆਪਣੇ ਆਪ 'ਚ ਸਬੂਤ ਸੀ ਕਿ ਇਹ ਝੂਠ ਬੋਲ ਰਹੇ ਨੇ, ਔਰ ਬਾਅਦ 'ਚ ਸਾਹਮਣੇ ਵੀ ਆ ਗਿਆ ਕਿ ਕਿਵੇਂ ਇਹ ਜਿਹੜੀ ਇਹ ਸਾਰੀ ਕਹਾਣੀ ਹੈ ਕਨਕੌਕਟ ਕੀਤੀ। ਪਰ ਫੌਜ ਪਹੁੰਚ ਗਈ, ਫੌਜ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਸੀ। ਉਹ ਤਾਂ ਬਗਦਾਦ 'ਚ ਅਮਰੀਕਨ ਫੌਜ ਐਂ ਜਾਂ ਵੜੀ ਜਿਵੇਂ ਬਰਾਤ ਆਉਂਦੀ ਹੈ ਕਿਸੇ ਸ਼ਹਿਰ 'ਚ ਜੀ। ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ, ਸੜਕਾਂ ਦੇ ਉੱਤੇ ਗਏ, ਨਾਲ ਜਰਨਲਿਸਟ ਵੀ ਐਮਬੈਡਡ ਇਨ ਦਾ ਟੈਂਕ ਸੀ, ਉੱਥੇ ਬੈਠ ਗਏ। ਪਰ ਹੁਣ ਜਿਨ੍ਹਾਂ ਦੀ ਇੰਨੀ ਪੁਰਾਣੀ ਬਗਦਾਦ ਦੀ ਸਿਵਲਾਈਜੇਸ਼ਨ ਹੈ, ਉਹਨਾਂ ਲੋਕਾਂ ਦਾ ਇੱਕ ਆਪਣਾ ਜਿਹੜਾ ਇੱਕ ਤਰੀਕਾ ਹੈ। ਔਰ ਬਾਅਦ ਜਦੋਂ ਉਹਨਾਂ ਨੇ ਰੈਜ਼ਿਸਟ ਕੀਤਾ ਹੈ ਫਿਰ ਅਮਰੀਕਨਾਂ ਨੂੰ, ਫਿਰ ਕਿਵੇਂ ਕਿਤੇ ਬਲਾਸਟ ਹੋ ਰਹੇ ਨੇ, ਕਿਤੇ ਸੁਸਾਈਡ ਬੰਬਰ ਨੇ, ਕਿਤੇ ਕੁਝ ਹੋ ਰਿਹਾ, ਕਿਤੇ ਕੁਝ ਹੋ ਰਿਹਾ, ਤੇ ਕਟਿੰਗ ਦਾ ਸਟੋਰੀ ਸ਼ਾਰਟ ਲਗਭਗ 4500 ਕਲੋਜ਼ ਟੂ 5000 ਜੀ ਅਮਰੀਕਨ ਸੋਲਜਰ ਇਰਾਕ 'ਚ ਮਾਰੇ ਗਏ। ਔਰ ਇਸ ਤੋਂ 3 ਗੁਣਾ ਜ਼ਿਆਦਾ ਜਿਹੜੇ ਨੇ ਉਹ ਸੀਰੀਅਸਲੀ ਜ਼ਖਮੀ ਹੋਏ। ਔਰ ਜਦੋਂ ਬੁਸ਼ ਦੀ ਟਰਮ ਮੁੱਕੀ, ਪ੍ਰੈਜ਼ੀਡੈਂਟ ਓਬਾਮਾ ਨੇ ਇਹ ਆਪਣਾ ਇਲੈਕਸ਼ਨ ਪਲੈਜ ਸੀ ਪਹਿਲੀ ਟਰਮ ਤੋਂ ਪਹਿਲਾਂ ਕਿ ਜੀ ਮੈਂ ਆਪਣੀ ਵਾਪਸ ਮੰਗਵਾ ਲਾਂਗਾ ਫੌਜ ਇਰਾਕ 'ਚੋਂ। ਔਰ ਉਹਨੇ ਜਿਹੜਾ 2011 ਦੇ ਵਿੱਚ ਫੌਜ ਵਾਪਸ ਆ ਗਈ। ਹਾਲਾਂਕਿ ਇਹ ਰੱਖਣਾ ਚਾਹੁੰਦੇ ਸੀ ਫੌਜ, ਪਰ ਇਹ ਚਾਹੁੰਦੇ ਸੀ ਕਿ ਇਰਾਕ ਸਰਕਾਰ ਸਾਨੂੰ ਇਮਿਊਨਿਟੀ ਦੇ ਕਿ ਵੀ ਜੀ ਅਮਰੀਕਨ ਸੋਲਜਰ ਉੱਥੇ ਜੋ ਮਰਜ਼ੀ ਕਰਨ, ਉਹਨਾਂ ਨੂੰ ਪ੍ਰੋਸੀਕਿਊਟ ਨਹੀਂ ਕੀਤਾ ਜਾ ਸਕਦਾ। ਉਹ ਨਹੀਂ ਮੰਨੇ ਜੀ। ਅੱਛਾ, ਇਹਦੇ 2-3 ਹੁਣ ਹਮਲਾ ਵੀ ਕਰਤਾ 2002 'ਚ ਬਿਨਾਂ ਦੇਖੇ, ਝੂਠ ਦਾ ਵੀ ਸਹਾਰਾ ਲਿਆ। ਔਰ ਇੱਕ ਪਾਸੇ ਈਰਾਨ ਨੂੰ ਬੜਾ ਖਤਰਨਾਕ ਦੇਸ਼ ਐਲਾਨਿਆ ਹੋਇਆ ਸੀ, ਜਾਂ ਐਲਾਨਿਆ ਹੋਇਆ ਕਿ ਜੀ ਉਹ ਨਿਊਕਲੀਅਰ ਬਣਾ ਰਿਹਾ। ਪਰ ਇਹਦਾ ਪ੍ਰੋਸੈਸ ਇਹ ਭੁੱਲ ਗਏ ਕਿ ਇਰਾਕ ਜਿਹੜਾ ਹੈ ਇਹ 55% ਸ਼ੀਆ ਮੈਜੋਰਿਟੀ ਹੈ, ਈਰਾਨ ਵੀ ਸ਼ੀਆ ਕੰਟਰੀ ਹੈ। ਸੋ ਜਦੋਂ ਡੈਮੋਕ੍ਰੇਸੀ ਦੇ ਨਾਂ ਥੱਲੇ ਉੱਥੇ ਤਬਦੀਲੀ ਦਾ ਨਾਂ ਆਇਆ ਤੇ ਤਬਦੀਲੀ ਉੱਥੇ ਸ਼ੀਆ ਦੀ ਸਰਕਾਰ ਬਣ ਗਈ। ਹੁਣ ਉਹਦਾ ਜਿਹੜਾ ਅਸੀਂ ਵਿਰੋਧ ਕੀਤਾ ਨਾਰਥ ਦੇ ਵਿੱਚ, ਹੁਣ ਜਿਹੜਾ ਇਰਾਕ ਦਾ ਨਾਰਥ ਹੈ ਆਲਰੇਡੀ ਕੁਰਦਾਂ ਨੇ ਆਲਮੋਸਟ ਸੈਮਾਈ ਆਟੋਨੋਮਸ ਨੇ। ਨਾਰਦਰਨ ਇਰਾਕ ਜਿਹੜਾ ਆਇਲ ਫੀਲਡ ਕਾਫੀ ਨੇ, ਟਰਕੀ ਦੇ ਨਾਲ ਬਾਰਡਰ ਲੱਗਦਾ, ਕੁਰਦਾਂ ਨੇ ਵੀ ਉਹਨਾਂ ਦੀ ਗੱਲ ਨਹੀਂ ਮੰਨੀ। ਔਰ ਹੁਣ ਜਦੋਂ ਸ਼ੀਆ ਸਰਕਾਰ ਬਣੀ, ਭਾਵੇਂ ਇਹਨਾਂ ਨੇ ਮਿਲੀ ਜੁਲੀ ਇਲੈਕਸ਼ਨਾਂ ਪੂਰਾ ਇੰਟਰਫੀਅਰ ਕਰਦੇ ਰਹੇ, ਪਰ ਜਿਹੜੀ ਉੱਥੇ ਮੈਜੋਰਿਟੀ ਸੁੰਨੀ, ਭਾਵੇਂ ਮਾਈਨੋਰਿਟੀ ਨੇ ਵਿਦ ਇਰਾਕ, ਪਰ ਸਦੀਆਂ ਤੋਂ ਉਹੀ ਰੂਲਰ ਕਲਾਸ ਹੈ। ਹੁਣ ਉਹਨਾਂ ਨੇ ਸੁੰਨੀਆਂ ਨੇ ਆਪਣੀ ਰੈਜ਼ਿਸਟੈਂਸ ਮੂਵਮੈਂਟ, ਉਹਨੂੰ ਜਿਹਾਦੀ ਕਹਿ ਲਓ, ਉਹਨੂੰ ਇਸਲਾਮਿਕ ਕੱਟੜਪੰਥੀ ਕਹਿ ਲਓ, ਜਥੇਬੰਦੀਆਂ ਦੇ ਕੋਈ ਨਾਂ ਰੱਖ ਲਓ, ਪਰ ਗੱਲ ਇਹੀ ਸੀ ਕਿ ਜਿਹੜੇ ਉਹਨਾਂ ਦੇ ਮੋਸਟ ਪਾਵਰਫੁਲ ਸੁੰਨੀ ਟ੍ਰਾਈਬ ਸੀ ਉਹ ਖਲੋ ਗਏ ਸਰਕਾਰ ਦੇ ਖਿਲਾਫ। ਨਤੀਜਾ ਇਹਨਾਂ ਦੀ ਫੌਜ ਆ ਗਈ। ਹੁਣ ਉੱਥੇ ਜਿੰਨੀ ਫੌਜ ਇਹਨਾਂ ਨੇ ਇਕੱਠੀ ਕੀਤੀ ਇਰਾਕ ਦੇ ਵਿੱਚ, ਬਾਹਰਲਿਆਂ ਨੇ ਟ੍ਰੇਨਿੰਗ ਦਿੱਤੀ, ਹਥਿਆਰ ਦਿੱਤੇ। ਹੁਣ ਜਿਹੜੀਆਂ ਖਬਰਾਂ ਪਿਛਲੇ 4-5 ਦਿਨ ਤੋਂ ਨੇ, ਜਿਹਦੇ ਥੱਲੇ ਅੱਜ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਵੀ ਹੋ ਰਹੀ ਹੈ, ਜਿਹੜੇ ਬਾਗੀ ਇਸਲਾਮੀ ਨੇ, ਇਸਲਾਮਿਸਟ ਨੇ ਜਾਂ ਸੁੰਨੀ ਨੇ, ਉਹਨਾਂ ਨੇ ਜਿਹੜੇ ਇਰਾਕ ਦੇ ਵੱਡੇ ਸ਼ਹਿਰ ਨੇ, ਮਸੂਲ ਉਹਨਾਂ ਨੇ ਲੈ ਲਿਆ ਸੀ, ਤਿਕਰੀਤ ਜਿਹੜਾ ਜਾਂ ਟਿਕਰੀਤ ਵੀ ਉਹਨੂੰ ਕਹਿੰਦੇ, ਜਿਹੜਾ ਸਦਾਮ ਹੁਸੈਨ ਦਾ ਬਰਥ ਪਲੇਸ ਸੀ, ਉਹ ਵੀ ਉਹਨਾਂ ਨੇ ਲੈ ਲਿਆ। ਤੇ ਹੁਣ ਉਹ ਤੇਜ਼ੀ ਦੇ ਨਾਲ ਬਗਦਾਦ ਵੱਲ ਵੱਧ ਰਹੇ ਨੇ। ਔਰ ਇਹਦਾ ਫਾਇਦਾ ਉਠਾ ਕੇ ਨਾਰਦਰਨ ਇਰਾਕ ਦੇ ਵਿੱਚ ਜਿੱਥੇ ਕੁਰਦਾਂ ਦੀ ਮੈਜੋਰਿਟੀ ਹੈ, ਉੱਥੇ ਵੀ ਜਿਹੜੀ ਇਰਾਕ ਦੀ ਫੌਜ ਹੈ ਉਹ ਮੈਦਾਨ ਛੱਡ ਕੇ ਦੌੜ ਗਈ ਹੈ, ਤੇ ਉਹਦਾ ਕੰਟਰੋਲ ਕੁਰਦਾਂ ਨੇ ਲੈ ਲਿਆ ਜੀ। ਔਰ ਹੁਣ ਜਿਹੜੇ 2 ਟਾਰਗੇਟ ਰਹਿ ਗਏ ਨੇ ਬਾਕੀ, ਕਿਉਂਕਿ ਮਸੂਲ ਚਲਾ ਗਿਆ, ਤਕਰੀਤ ਚਲਾ ਗਿਆ, ਹੁਣ ਇੱਕ ਪਾਸੇ ਬਗਦਾਦ ਹੈ ਤੇ ਦੂਸਰੇ ਪਾਸੇ ਜਿਹੜਾ ਸ਼ੀਆਂ ਦਾ ਬੜਾ ਜਿਹੜਾ ਮੁਕੱਦਸ ਥਾਂ ਹੈ, ਵੈਸੇ ਤਾਂ ਸਾਰੇ ਇਸਲਾਮਿਕ ਵਰਲਡ ਦਾ ਹੈ, ਪਰ ਸ਼ੀਆਂ ਲਈ ਖਾਸ ਕਰਬਲਾ ਜੀ। ਹੁਣ ਕਰਬਲਾ ਔਰ ਬਗਦਾਦ, ਇਹ 2 ਫਾਲ ਹੋਣ ਤੋਂ ਬਾਅਦ ਇਰਾਕ ਜਿਹੜਾ ਹੈ ਉਹਨਾਂ ਜਿਹਾਦੀਆਂ ਦੇ ਕੋਲ ਹੀ ਚਲਾ ਜਾਏਗਾ, ਜਿਨ੍ਹਾਂ ਨੂੰ ਜਿਹੜਾ ਰੋਕਣ ਦੇ ਲਈ, ਜਾਂ ਪਹਿਲਾਂ ਸਦਾਮ ਹੁਸੈਨ ਦਾ, ਹਾਲਾਂਕਿ ਸਦਾਮ ਹੁਸੈਨ ਕੋਈ ਜਿਹਾਦੀ ਨਹੀਂ ਸੀ, ਉਹਨੇ ਤਾਂ ਰਾਦਰ ਸਾਹਿਬ ਨੂੰ ਕੰਟਰੋਲ ਰੱਖਿਆ ਹੋਇਆ ਸੀ। ਔਰ ਇਸ ਸਾਰੇ ਚੋਂ ਹੁਣ ਇਨ ਦਾ ਐਂਡ, ਅੱਜ ਮੈਂ ਦੇਖ ਰਿਹਾ ਸੀ ਰਸ਼ੀਆ ਦੇ ਵਲਾਦੀਮੀਰ ਪੁਤਿਨ ਨੇ ਵੀ ਕਿਹਾ ਕਿ ਜੀ ਦੈਟ ਸ਼ੋਜ਼ ਕਿ ਅਮਰੀਕਨ ਪਾਲਿਸੀ ਟੋਟਲੀ ਫੇਲ ਹੋਈ। ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਸੀ ਵੀ ਉੱਥੇ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਦਾ ਤਾਂ 4500 ਸੋਲਜਰ ਮਰਿਆ, ਪਰ ਇਸ ਪੀਰੀਅਡ 'ਚ 2002 ਤੋਂ ਜੇ 2014 ਤੱਕ ਦੇਖੀਏ, ਕਿੰਨੇ ਲੱਖ ਸਿਵਿਲੀਅਨਸ ਨੇ ਸਫਰ ਕੀਤਾ। ਔਰ ਜੇ ਕੈਜੂਅਲਟੀਜ਼ ਲੱਖਾਂ 'ਚ ਨੇ, ਉੱਥੇ ਹਜ਼ਾਰਾਂ 'ਚ ਨਹੀਂ ਹੈ। ਇਹਨਾਂ ਦੇ ਵਿੱਚ ਬੇਗੁਨਾਹ ਵੀ ਨੇ, ਉਹਨਾਂ ਦੇ ਜਿਹਾਦੀ ਵੀ ਨੇ, ਉਹਨਾਂ ਦੇ ਗੁਰਿੱਲੇ ਵੀ ਨੇ। ਔਰ ਅੱਜ ਸਥਿਤੀ ਇਹ ਹੋ ਗਈ ਵੀ ਅਮਰੀਕਾ ਦੀ ਕੋਈ ਸੇ ਨਹੀਂ ਹੈ। ਹੁਣ ਜਿਹੜਾ ਇਰਾਕ ਦਾ ਪ੍ਰਾਈਮ ਮਿਨਿਸਟਰ ਹੈ ਨੂਰਿਲ ਉਲ ਮਲਕੀ, ਉਹ ਇਹਨਾਂ ਨੂੰ ਕਹਿ ਰਿਹਾ ਅਮਰੀਕਾ ਨੂੰ ਕਿ ਜੀ ਤੁਸੀਂ ਡਰੋਨ ਅਟੈਕ ਕਰੋ, ਜਿਵੇਂ ਪਾਕਿਸਤਾਨ ਅਫਗਾਨਿਸਤਾਨ 'ਚ ਕਰ ਰਹੇ ਨੇ, ਕੱਲ ਵੀ ਕੀਤਾ, 12-13 ਬੰਦੇ ਮਰ ਗਏ। ਕਿ ਜੀ ਉਹ ਜਿਹੜੀ ਫੌਜ ਜਿਹੜੀ ਆ ਰਹੀ ਹੈ ਜਿਹਾਦੀਆਂ ਦੀ ਧਾੜ ਬਗਦਾਦ ਨੂੰ ਰੋਕਣ ਲਈ, ਤੁਸੀਂ ਜਿਹੜੀ ਹੈ ਉਹ ਕਰੋ, ਡਰੋਨ ਅਟੈਕ ਕਰੋ। ਹੁਣ ਇਹ ਡਰੋਨ ਕਿੱਥੋਂ? ਵਾਸ਼ਿੰਗਟਨ ਤੋਂ ਮਾਰਨਗੇ ਡਰੋਨ, ਉੱਥੇ ਜਾ ਕੇ ਵੀ ਕਰਨਗੇ, ਸੋਲਜਰ ਹੁਣ ਵਾਪਸ ਭੇਜਣਗੇ ਆਪਣੇ।
ਆਲਰੇਡੀ ਅਫਗਾਨਿਸਤਾਨ ਚੋਂ 2014 ਦੇ ਐਂਡ ਤੱਕ ਇਹਨਾਂ ਨੇ ਕੱਢ ਲੈਣੇ ਨੇ ਸੋਲਜਰ, ਔਰ ਜਿਹੜੇ 5-7 ਹਜ਼ਾਰ ਉੱਥੇ ਰੱਖਣੇ ਨੇ, ਹਾਲ ਉਹਨਾਂ ਦਾ ਵੀ ਇਹੀ ਹੋਣਾ। ਔਰ ਜਿਹੜਾ ਇਹ ਕਹਿ ਰਹੇ ਨਾ ਜੀ ਅਸੀਂ ਅਫਗਾਨਿਸਤਾਨ 'ਚ ਬਹੁਤ ਟ੍ਰੇਨਡ ਕਰਤੀ ਹੈ ਸਿਕਿਉਰਿਟੀ, ਔਰ ਦੂਜੀ 6 ਮਹੀਨੇ ਨਹੀਂ ਕੱਢਣੇ ਉਹਨਾਂ ਨੇ ਤਾਲਿਬਾਨ ਦੇ ਸਾਹਮਣੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਨੀਤੀਆਂ ਜਦੋਂ ਕੋਈ ਤੱਤ ਪੜਤ ਜਲਦਬਾਜ਼ੀ 'ਚ ਔਰ ਰਿਵੈਂਜ ਦੇ ਵਿੱਚ ਕੀਤੀਆਂ ਜਾਂਦੀਆਂ, ਉਹਦਾ ਨਤੀਜਾ ਇਹ ਹੁੰਦਾ ਵੀ ਲੱਖਾਂ ਬੰਦੇ ਮਰੇ ਜੀ, ਉਹਨਾਂ ਦੇ ਹੋਣ, ਅਮਰੀਕੀ ਹੋਣ, ਕਿੰਨੇ ਬੱਚੇ, ਕਿੰਨੀਆਂ ਬੀਬੀਆਂ, ਕਿਸ ਕਦਰ ਉੱਥੇ ਹਰ ਚੌਥੇ ਦਿਨ ਇਹ ਜਦੋਂ ਦੀ ਇਹਨਾਂ ਦੀ ਫੌਜ ਵੀ ਆਈ ਹੋਈ ਹੈ ਹੁੰਦਾ ਹੀ ਰਹਿੰਦਾ ਸੀ ਕੁਛ ਨਾ ਕੁਛ। ਉਦੋਂ ਹੀ ਲੱਗਦਾ ਸੀ ਕਿ ਵੀ ਜਿਹੜੀ ਗਵਰਨਮੈਂਟ ਹੈ ਉਹਨਾਂ ਦੀ ਉੱਥੇ ਜਿਹੜੀ ਇਹਨਾਂ ਨੇ ਕਿਹਾ ਸੀ ਜੇ ਅਸੀਂ ਡੈਮੋਕ੍ਰੇਸੀ ਲੈ ਆਏ ਹਾਂ ਇਰਾਕ ਦੇ ਵਿੱਚ, ਕਿ ਵੀ ਇਹ ਨਹੀਂ ਉੱਥੇ ਚੱਲ ਰਹੀ। ਔਰ ਹੁਣ ਜਿਸ ਤੇਜ਼ੀ ਨਾਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਆਲਮੋਸਟ 3/4 ਇਰਾਕ ਜਿਹੜਾ ਹੈ ਉਹ ਰਿਬੈਲਸ ਨੇ ਕਾਬੂ ਕਰ ਲਿਆ, ਔਰ ਬਗਦਾਦ ਔਰ ਕਰਬਲਾ ਰਹਿ ਗਏ ਨੇ। ਇਹ ਭਾਵੇਂ ਮਾਰਦੇ ਵੀ ਰਹਿਣ ਡਰੋਨ ਕਿੰਨਾ ਕੁ ਉੱਥੇ ਕੋਈ ਡਰੋਨ ਕੋ ਮੀਂਹ ਹੁੰਦਾ ਜੀ। ਆਫਟਰ ਆਲ ਜੇ ਹੁਣ ਬਾਕੀ ਸਾਰਾ ਦੇਸ਼ ਉਹਨਾਂ ਦੇ ਕਾਬੂ 'ਚ ਹੈ, ਕੁਰਦ ਪਹਿਲਾਂ ਹੀ ਡੀਕਦੇ ਸੀ ਕਿ ਵੀ ਅਸੀਂ ਜਾਣਾ ਹੈ। ਹੁਣ ਈਰਾਨ ਹੈ, ਹਾਂ ਹੁਣ ਇੱਕੋ ਹੀ ਰਹਿ ਗਿਆ ਕੰਮ। ਹੁਣ ਅਮਰੀਕਾ ਈਰਾਨ ਦੇ ਨਾਲ ਯਾਰੀ ਕਰੇਗਾ, ਕਿਉਂਕਿ ਜੀ ਈਰਾਨ ਨੂੰ ਵੀ ਫਿਕਰ ਹੈ ਵੀ ਜਿਹੜੀ ਸ਼ੀਆ ਮੈਜੋਰਿਟੀ ਹੈ ਉੱਥੇ ਸੁਨੀਆਂ ਦੇ ਹੱਥ ਪਾਵਰ ਆਈ, ਉਹ ਤਾਂ ਐਗਜ਼ੀਕਿਊਟ ਕਰਨਗੇ ਹਜ਼ਾਰਾਂ ਦੀ ਗਿਣਤੀ 'ਚ ਐਵਰੀ ਡੇ। ਸੋ ਹੁਣ ਅਮਰੀਕਾ ਈਰਾਨ ਇਕੱਠੇ ਹੋ ਜਾਣਗੇ ਜੇ ਇਹਨਾਂ ਨੂੰ ਲੱਗਾ ਕਿ ਵੀ ਇਹ ਹੈਗਾ। ਉਧਰੋਂ ਜੇ ਕੁਰਦ ਆਪਣਾ ਅਲੱਗ ਹੋ ਕੇ ਉਹਨਾਂ ਨੇ ਦੇਸ਼ ਬਣਾ ਲਿਆ, ਟਰਕੀ ਨੇ ਉਹਨਾਂ ਨੂੰ ਬਹਿਣ ਨਹੀਂ ਦੇਣਾ, ਕਿਉਂਕਿ 10 ਸ਼ਾਇਦ 8 ਜਾਂ 9 ਮਿਲੀਅਨ ਕੁਰਦ ਜਿਹੜੇ ਨੇ ਉਹ ਟਰਕੀ 'ਚ ਰਹਿੰਦੇ ਨੇ, ਔਰ ਤੁਰਕਾਂ ਲਈ ਵੀ ਉਹ ਪ੍ਰੋਬਲਮ ਨੇ। ਸੋ ਉਹ ਵੀ ਨਹੀਂ ਚਾਹਣਗੇ ਤੁਰਕ ਕੇ ਵੀ ਜੇ ਇੰਡੀਪੈਂਡੈਂਟ ਕੁਰਦਿਸਤਾਨ ਬਣ ਗਏ ਤੇ ਜਿਹੜੇ ਉਹਨਾਂ ਵਿਚਲੇ ਕੁਰਦ ਨੇ ਉਹ ਪ੍ਰੋਬਲਮ ਕ੍ਰੀਏਟ ਕਰਨਗੇ। ਸੋ ਇੱਕ ਗਲਤ ਫੈਸਲੇ ਨੇ, ਕਿਉਂਕਿ ਅਫਗਾਨਿਸਤਾਨ ਤੇ ਭੇਜਣਾ ਫੌਜ, ਕਿਉਂਕਿ ਇਹਨਾਂ ਦਾ 3000 ਬੰਦਾ ਮਰਿਆ ਸੀ ਵਰਲਡ ਟ੍ਰੇਡ ਸੈਂਟਰ 'ਚ, ਵਰਜੀਨੀਆ, ਪੈਂਟਾਗਨ 'ਚ, ਔਰ ਦੂਜੇ ਉਹ ਫਿਰ ਵੀ ਉਹਦੀ ਮੋਰਲ ਜਸਟੀਫਿਕੇਸ਼ਨ ਸੀ ਕਿ ਬਈ ਸਾਡੇ ਬੰਦੇ ਮਾਰੇ ਨੇ, ਅਸੀਂ ਰਿਵੈਂਜ ਲੈ ਰਹੇ। ਪਰ ਇਰਾਕ ਦਾ ਜਿਹੜਾ ਐਕਸ਼ਨ ਸੀ ਬਿਲਕੁਲ ਇਹਦੀ ਕੋਈ ਜਸਟੀਫਿਕੇਸ਼ਨ ਨਹੀਂ ਸੀ। ਔਰ ਅੱਜ ਲਗਭਗ ਜਿਹੜਾ 10-12 ਸਾਲ ਬਾਅਦ 12 ਸਾਲ ਬਾਅਦ ਉਹ ਸਾਰੀ ਪਾਲਿਸੀ ਬਿਲਕੁਲ ਸ਼ੈਟਰ ਹੋ ਗਈ ਹੈ। ਲੱਖਾਂ ਆਲਰੇਡੀ ਮਰੇ ਨੇ, ਔਰ ਆਉਣ ਵਾਲੇ ਪੀਰੀਅਡ 'ਚ ਜਿਹੜੀ ਹੁਣ ਟਰਕੀ ਔਰ ਕੁਰਦਿਸਤਾਨ, ਈਰਾਨ ਔਰ ਇਰਾਕ ਦਾ ਸੁੰਨੀ ਲੌਬੀ, ਇਹਨਾਂ ਦੇ ਵਿੱਚ ਜਿਹੜੇ ਨੇ ਅੱਗੋਂ ਝਗੜੇ ਦੀ ਥਾਂ ਬਣ ਗਈ, ਔਰ ਮਿਡਲ ਈਸਟ ਟੋਟਲੀ ਅਨਸਟੇਬਲ ਹੋਏਗਾ। ਇਹ ਹੁੰਦਾ ਜਦੋਂ ਤੁਸੀਂ ਕੋਈ ਗਲਤ ਫੈਸਲਾ ਲੈਂਦੇ ਹੋ, ਔਰ ਜਸਟ ਉਸ ਦੇ ਉੱਤੇ ਤੁਸੀਂ ਇਸ ਕਰਕੇ ਵੀ ਤੁਸੀਂ ਲੈ ਲਿਆ ਫੈਸਲਾ ਔਰ ਤੁਸੀਂ ਇਹਨੂੰ ਲਾਗੂ ਕਰੋਗੇ ਵਰਲਡ ਓਪੀਨੀਅਨ ਨੂੰ ਇਗਨੋਰ ਕਰਕੇ। ਫਰਾਂਸ ਨੇ ਵੀ ਅਪੋਜ਼ ਕੀਤਾ ਸੀ, ਇਸ ਲਈ UN ਸਿਕਿਉਰਿਟੀ ਕਾਉਂਸਲ ਨੇ ਇਰਾਕ ਤੇ ਹਮਲਾ ਸੈਂਕਸ਼ਨ ਨਹੀਂ ਸੀ ਕੀਤਾ, ਲੇਕਿਨ ਬੁਸ਼ ਨੇ ਆਪਣਾ ਉਹਨੇ ਕਿਹਾ ਜੀ ਮੈਂ ਵੀ ਟੈਕਸਾਸ ਦਾ ਕਾਊਬॉय, ਜੋ ਮੇਰੀ ਮਰਜ਼ੀ ਹੈ ਮੈਂ ਕਰਾਂਗਾ, ਹੁਣ ਕਰ ਲੈ ਮਰਜ਼ੀ ਆਪਣੀ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਅਹਿਮ ਮੁੱਦਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।